देखो सुखपाल सिंह खैरा ते अमरिंदर सिंह राजा वड़िंग जी ਵੱਲੋਂ ਆਪਣੇ ऑफिशियल ट्विटर हैंडल्स ਦੇ ਉੱਤੇ ਇੱਕ ਡਾਕੂਮੈਂਟ ਜਾਰੀ ਕੀਤਾ ਗਿਆ ਸੀ। ਉਸ ਡਾਕੂਮੈਂਟ ਦੇ ਉੱਤੇ ਚੇਅਰਮੈਨਸ ਦੀ ਲਿਸਟ ਸੀ ਜੋ ਪੰਜਾਬ ਸਰਕਾਰ ਨੇ ਹੁਣ ਲਗਾਏ ਨੇ ਤੇ ਉਸ ਲਿਸਟ ਦੇ ਨੀਚੇ ਜੋ ਸਿਗਨੇਚਰ ਸੀਗੇ ਉਹ ਸੀਗੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ। ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਇਹ ਲੈਟਰ ਜਿਹੜਾ ਇਹ ਜਾਰੀ ਕੀਤੀ ਗਈ ਲਿਸਟ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਸਾਈਨ ਸੀ, ਸਾਡੇ ਵੱਲੋਂ ਕੋਈ ਮੋਡੀਫਾਈ ਨਹੀਂ ਕੀਤਾ ਗਿਆ, ਕੋਈ ਛੇੜਛਾੜ ਨਹੀਂ ਕੀਤੀ ਗਈ, ਐਜ਼ ਇਟ ਇਜ਼ ਅਸੀਂ ਉਸ ਨੂੰ ਪੋਸਟ ਕੀਤਾ ਤੇ ਇੱਕ ਸਵਾਲ ਕੀਤਾ ਹੈ ਕਿ ਪਾਵਰਸ ਜਿਹੜੀਆਂ ਪੰਜਾਬ ਦੇ ਮੁੱਖ ਮੰਤਰੀ ਦਾ ਕੀ ਉਹ ਹੁਣ ਦਿੱਲੀ ਪਹੁੰਚ ਚੁੱਕੀਆਂ ਨੇ। ਜੇ ਤੁਹਾਡੇ ਕੋਲ ਉਹ ਲਿਸਟ ਇਸ ਤਰੀਕੇ ਨਾਲ ਪਹੁੰਚੀ ਸੀ ਕਿ ਉਹ ਜਿਹੜੀ ਹੈਗੀ ਆ ਉਹ ਪੁਖਤਾ ਤੁਹਾਨੂੰ ਪਤਾ ਸੀਗਾ ਕਿ ਇਹ ਅਰਵਿੰਦ ਕੇਜਰੀਵਾਲ ਜੀ ਦੇ ਸਾਈਨਾਂ ਦੇ ਨਾਲ ਬਕਾਇਦਾ ਇਹ ਲਿਸਟ ਜਾਰੀ ਹੋਈ ਹੈ ਤਾਂ ਤੁਸੀਂ ਪ੍ਰੈਸ ਕਾਨਫਰੰਸ ਕਰਦੇ, ਉਹਨੂੰ ਜਨਤਕ ਕਰਦੇ ਉਸ ਲਿਸਟ ਨੂੰ। ਸੇਮ ਇਹੀ ਲਿਸਟ ਜਿਹੜੀ ਹੈ ਬੀਜੇਪੀ ਦੇ ਵੱਲੋਂ ਆਪਣੇ ਅਫੀਸ਼ੀਅਲ ਪੇਜ ਦੇ ਉੱਤੇ ਸਾਂਝੀ ਕੀਤੀ ਗਈ ਸੀ, ਬੀਜੇਪੀ ਤੇ ਕਿਉਂ ਐਕਸ਼ਨ ਨਹੀਂ ਲਿਆ? ਪਾਲ ਖਹਿਰਾ ਜੀ ਮੈਂ ਕਹਿ ਕੇ ਸੰਬੋਧਨ ਵੀ ਕਰ ਰਹੀ ਹਾਂ ਉਹਨਾਂ ਨੂੰ, ਪਰ ਐਕਚੁਅਲੀ ਦੱਸਾਂ ਤਾਂ ਮੇਰਾ ਮਨ ਨਹੀਂ ਮੰਨਦਾ ਉਹਨਾਂ ਨੂੰ ਜੀ ਕਹਿ ਕੇ ਬੁਲਾਉਣ ਦਾ ਵੀ। ਇਲਜ਼ਾਮ ਤਾਂ ਇਹੀ ਲਗਾਏ ਗਏ ਨੇ ਓਪੋਜੀਸ਼ਨ ਦੇ ਵੱਲੋਂ ਕਿ ਸ਼ਾਇਦ ਜਾਂ ਤਾਂ ਬੀਜੇਪੀ ਤੋਂ ਆਮ ਆਦਮੀ ਪਾਰਟੀ ਡਰਦੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਜਿਹੜੀ ਹੈ ਬੀਜੇਪੀ ਦੀ ਬੀ ਟੀਮ ਹੈ। ਆਮ ਪਬਲਿਕ ਜਿਹੜੀ ਪੂਰੇ ਇੰਡੀਆ ਦੀ ਹੈ ਉਹ ਵੀ ਜਾਣਦੀ ਹੈ ਕਿ ਦਿੱਲੀ ਦੇ ਵਿੱਚ ਕਿਸ ਤਰੀਕੇ ਨਾਲ ਬੀਜੇਪੀ ਦੇ ਨਾਲ ਸਿੱਧੀ ਟੱਕਰ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਲਈ ਹੋਈ ਹੈ। ਇਸ ਟਵੀਟ ਦੇ ਵਿੱਚ ਇਸੇ ਟਵੀਟ ਦੇ ਟ੍ਰੇਲ ਦੇ ਵਿੱਚ ਇਹਨਾਂ ਨੇ ਇੱਕ ਹੋਰ ਟਵੀਟ ਕੀਤਾ ਤੇ ਅਰਵਿੰਦ ਕੇਜਰੀਵਾਲ ਜੀ ਦੀ ਇਹਨੂੰ ਸਪਾਂਸਰਡ ਲਵ ਲੈਟਰ ਦਾ ਨਾਮ ਦਿੱਤਾ ਇਸ FIR ਨੂੰ। ਸਤਿ ਸ਼੍ਰੀ ਅਕਾਲ, ਦਾ ਸਮਰ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਗੱਲ ਪੰਜਾਬ ਦੀ ਸਿਆਸਤ ਦੀ ਕਰ ਰਹੇ ਹਾਂ, ਜਿੱਥੇ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਯਾਨੀ ਕਿ ਪੰਜਾਬ ਸਰਕਾਰ ਦੇ ਉੱਤੇ ਵਿਰੋਧੀਆਂ ਦੇ ਵੱਲੋਂ ਇੱਕ ਪੋਸਟ ਜਿਹੜੀ ਹੈ ਸਾਂਝੀ ਕੀਤੀ ਗਈ ਪੰਜਾਬ ਸਰਕਾਰ ਨੂੰ ਲੈ ਕੇ। ਉਸ ਪੋਸਟ ਨੂੰ ਲੈ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ FIR ਦਰਜ ਕਰਵਾਈ ਗਈ ਹੈ। FIR ਦਰਜ ਕਰਵਾਈ ਹੈ ਪ੍ਰਭਜੋਤ ਕੌਰ ਨੇ ਸਾਡੇ ਨਾਲ ਮੌਜੂਦ ਨੇ। ਮੈਮ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਮੈਮ ਪਹਿਲਾਂ ਤਾਂ ਜਿਹੜੀ ਇਹ FIR ਦਰਜ ਕਰਵਾਈ ਹੈ, ਕਿਉਂ ਦਰਜ ਕਰਵਾਈ ਗਈ ਹੈ, ਇਹ ਇੱਕ ਵਾਰ ਜ਼ਰੂਰ ਦਰਸ਼ਕਾਂ ਨੂੰ ਦੱਸ ਦਿਓ। ਦੇਖੋ ਸੁਖਪਾਲ ਸਿੰਘ ਖਹਿਰਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਆਪਣੇ ऑफिशियल ट्विटर हैंडल्स ਦੇ ਉੱਤੇ ਇੱਕ ਡਾਕੂਮੈਂਟ ਜਾਰੀ ਕੀਤਾ ਗਿਆ ਸੀ। ਉਸ ਡਾਕੂਮੈਂਟ ਦੇ ਉੱਤੇ ਚੇਅਰਮੈਨਸ ਦੀ ਲਿਸਟ ਸੀ ਜੋ ਪੰਜਾਬ ਸਰਕਾਰ ਨੇ ਹੁਣ ਲਗਾਏ ਨੇ ਤੇ ਉਸ ਲਿਸਟ ਦੇ ਨੀਚੇ ਜੋ ਸਿਗਨੇਚਰ ਸੀਗੇ ਉਹ ਸੀਗੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ, ਜੋ ਉਹਨਾਂ ਨੇ ਇੱਕ ਫੇਕ ਡਾਕੂਮੈਂਟ ਦੇ ਤੌਰ ਤੇ ਆਪਣੇ ऑफिशियल ट्विटर हैंडल्स ਤੋਂ ਜਾਰੀ ਕੀਤਾ ਹੈ, ਜਦਕਿ ਐਵੇਂ ਦੀ ਕੋਈ ਲਿਸਟ ਕਦੀ ਪਬਲਿਸ਼ ਹੀ ਨਹੀਂ ਹੋਈ। ਇਹ ਉਹਨਾਂ ਵੱਲੋਂ ਬਣਵਾਈ ਗਈ ਸੀ ਫੇਕ ਤਰੀਕੇ ਨਾਲ ਤੇ ਇਹ ਇੱਕ ਜਿਹੜਾ ਹੈਗਾ ਜਾਲਸਾਜ਼ੀ ਦਾ ਕਿ ਇੱਕ ਡਾਕੂਮੈਂਟ ਨੂੰ ਤੁਸੀਂ ਟਵਿਸਟ ਕਰ ਰਹੇ ਹੋ, ਤੁਸੀਂ ਇੱਕ ऑफिशियल ਜਿਹੜੇ, ਕਿਉਂਕਿ ਉਹ ਡਾਕੂਮੈਂਟ ਸਾਰੇ ऑफिशियल ਪੇजेस ਤੇ ਪਿਆ ਤੇ ਉਹਦੇ ਤੇ ਬਕਾਇਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਹੜੇ ਸਿਗਨੇਚਰ ਦੇ ਨਾਲ ਉਹ ਡਾਕੂਮੈਂਟ ਜਾਰੀ ਹੋਇਆ ਸੀ ਤੇ ਉਹਨੂੰ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਸਿਗਨੇਚਰ ਦੇ ਨਾਲ ਜਾਰੀ ਕਰਕੇ ਇਹ ਦਿਖਾਉਣਾ ਚਾਹੁੰਦੇ ਸੀ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਦਿੱਲੀ ਤੋਂ ਚੱਲ ਰਹੀ ਹੈ ਤੇ ਇਸੇ ਮੁੱਦੇ ਤੇ ਉੱਤੇ ਇਹਨਾਂ ਦੇ ਉੱਤੇ FIR ਜਿਹੜੀ ਕੀਤੀ ਗਈ ਹੈ। ਪਰ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਇਹ ਲੈਟਰ ਜਿਹੜਾ ਇਹ ਜਾਰੀ ਕੀਤੀ ਗਈ ਲਿਸਟ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਸਾਈਨ ਸੀ, ਸਾਡੇ ਵੱਲੋਂ ਕੋਈ ਮੋਡੀਫਾਈ ਨਹੀਂ ਕੀਤਾ ਗਿਆ, ਕੋਈ ਛੇੜਛਾੜ ਨਹੀਂ ਕੀਤੀ ਗਈ, ਐਜ਼ ਇਟ ਇਜ਼ ਅਸੀਂ ਉਸ ਨੂੰ ਪੋਸਟ ਕੀਤਾ ਤੇ ਇੱਕ ਸਵਾਲ ਕੀਤਾ ਹੈ ਕਿ ਪਾਵਰਸ ਜਿਹੜੀਆਂ ਪੰਜਾਬ ਦੇ ਮੁੱਖ ਮੰਤਰੀ ਦਾ ਕੀ ਉਹ ਹੁਣ ਦਿੱਲੀ ਪਹੁੰਚ ਚੁੱਕੀਆਂ ਨੇ। ਦੇਖੋ ਨਾ ਤੇ ਸੁਖਪਾਲ ਖਹਿਰਾ ਜੀ ਇੰਨੇ ਬੱਚੇ ਨੇ ਤੇ ਨਾ ਹੀ ਮੈਂ ਸਮਝਦੀ ਹਾਂ ਬਹੁਤ ਪੜ੍ਹੇ ਲਿਖੇ ਨੇ ਦੋਨੋਂ, ਤੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ऑफिशियल ਲੈਟਰ ਜਿਹੜੀ ਹੈ ਗਵਰਨਮੈਂਟ ਆਫ ਪੰਜਾਬ ਪੇਜ ਤੇ ਆਏਗੀ ਜਾਂ ਫਿਰ ਭਗਵੰਤ ਮਾਨ ਜੀ ਦੇ ऑफिशियल ਪੇजेस ਤੇ ਆਏਗੀ ਤੇ ਇੱਕ ਅੰਕਿਤ ਸਕਸੈਨਾ ਨਾਮ ਦਾ ਜੋ ਅਕਾਊਂਟ ਇਹਨਾਂ ਨੇ ਚੁੱਕਿਆ, ਜਿਨ੍ਹਾਂ ਨੂੰ ਲੈ ਕੇ ਇਹਨਾਂ ਨੇ ਉਸ ਫੇਸਬੁੱਕ ਪੋਸਟ ਨੂੰ ਸ਼ੇਅਰ ਕੀਤਾ ਆਪਣੇ ਟਵਿੱਟਰ ਹੈਂਡਲਸ ਤੋਂ, ਉਸ ਨੂੰ ਲੈ ਕੇ ਮੈਂ ਸਮਝਦੀ ਹਾਂ ਕਿ ਇਹਨਾਂ ਨੇ ਇੱਕ ਬਹੁਤ ਹੀ ਬਚਕਾਨੀ ਹਰਕਤ ਕੀਤੀ ਹੈ। ਜੇ ਤੁਹਾਨੂੰ ਇੰਨੀ ਹੀ ਜਿਹੜੀ ਹੈਗੀ ਹੈ ਤੁਸੀਂ ਜਾਣਕਾਰੀ ਹੀ ਸਾਂਝੀ ਕਰਨਾ ਚਾਹੁੰਦੇ ਸੀ ਤਾਂ ਤੁਸੀਂ ऑफिशियल ਜਿਹੜੇ ਪੇजेस ਦੇ ਉੱਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਿਗਨੇਚਰ ਵਾਲੀ ਲਿਸਟ ਹੈ ਤੁਸੀਂ ਉਹ ਕਿਉਂ ਨਹੀਂ ਜਾਰੀ ਕਰ ਰਹੇ। ਤੇ ਦੂਜੀ ਗੱਲ, ਜੇ ਤੁਹਾਡੇ ਕੋਲ ਉਹ ਲਿਸਟ ਇਸ ਤਰੀਕੇ ਨਾਲ ਪਹੁੰਚੀ ਸੀ ਕਿ ਉਹ ਜਿਹੜੀ ਹੈਗੀ ਆ ਉਹ ਪੁਖਤਾ ਤੁਹਾਨੂੰ ਪਤਾ ਸੀਗਾ ਕਿ ਇਹ ਅਰਵਿੰਦ ਕੇਜਰੀਵਾਲ ਜੀ ਦੇ ਸਾਈਨਾਂ ਦੇ ਨਾਲ ਬਕਾਇਦਾ ਇਹ ਲਿਸਟ ਜਾਰੀ ਹੋਈ ਹੈ ਤਾਂ ਤੁਸੀਂ ਪ੍ਰੈਸ ਕਾਨਫਰੰਸ ਕਰਦੇ, ਉਹਨੂੰ ਜਨਤਕ ਕਰਦੇ ਉਸ ਲਿਸਟ ਨੂੰ ਤੇ ਦਿਖਾਉਂਦੇ ਪਬਲਿਕ ਨੂੰ। ਬਟ ਇਹੋ ਜਿਹਾ ਕੁਝ ਨਹੀਂ ਸੀ। ਇੱਕ ਅੰਕਿਤ ਸਕਸੈਨਾ ਨਾਮ ਦਾ ਫੇਕ ਅਕਾਊਂਟ ਸਿਰਫ ਇਹਨਾਂ ਵੱਲੋਂ ਹੀ ਪਹਿਲਾਂ ਉਸੇ ਟਾਈਮ ਬਣਾਇਆ ਗਿਆ, ਉਹਦੇ ਉੱਤੇ ਉਹ ਫੇਕ ਡਾਕੂਮੈਂਟ ਪਾਇਆ ਗਿਆ ਜਿਹਨੂੰ ਅੱਗੇ ਇਹਨਾਂ ਨੇ ਸ਼ੇਅਰ ਕੀਤਾ।
ਹੁਣ ਵੀ ਸਵਾਲ ਉੱਠ ਰਿਹਾ ਐਫ ਆਈ ਆਰ ਤੋਂ ਬਾਅਦ ਵੀ, ਚਾਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਉਹਨਾਂ ਨੇ ਵੀ ਟਵੀਟ ਕੀਤਾ, ਸੁਖਪਾਲ ਸਿੰਘ ਖਹਿਰਾ ਤਾਂ ਉਹਨਾਂ ਨੇ ਲਾਈਵ ਹੋ ਕੇ ਸਵਾਲ ਕੀਤਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਨੇ ਸਾਡੇ ਤੇ ਇਹ ਐਫ ਆਈ ਆਰ ਦਰਜ ਕੀਤੀ ਹੈ, ਕੋਈ ਗੱਲ ਨਹੀਂ ਅਸੀਂ ਕੇਸ ਭੁਗਤ ਲਾਂਗੇ, ਪਰ ਸਵਾਲ ਖੜੇ ਕੀਤੇ ਹੈ ਕਿ ਸੇਮ ਇਹੀ ਲਿਸਟ ਜਿਹੜੀ ਹੈ ਬੀਜੇਪੀ ਦੇ ਵੱਲੋਂ ਆਪਣੇ ਅਫੀਸ਼ੀਅਲ ਪੇਜ ਦੇ ਉੱਤੇ ਸਾਂਝੀ ਕੀਤੀ ਗਈ ਸੀ, ਬੀਜੇਪੀ ਤੇ ਕਿਉਂ ਐਕਸ਼ਨ ਨਹੀਂ ਲਿਆ? ਦੇਖੋ, ਮੈਂ ਸਮਝਦੀ ਹਾਂ ਇਹਨਾਂ ਦੇ ਬੜੇ ਹੀ ਬੇਬੁਨਿਆਦ ਮੁੱਦੇ ਰਹੇ ਨੇ, ਕਿਉਂਕਿ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਖਿਲਾਫ ਹੋਰ ਤਾਂ ਕੋਈ ਵੱਡਾ ਏਜੰਡਾ, ਕੋਈ ਮੁੱਦਾ, ਕੋਈ ਕਰਪਸ਼ਨ ਉਹ ਤਾਂ ਇਹਨਾਂ ਕੋਲ ਹੈ ਨਹੀਂ ਕਰਨ ਨੂੰ ਉਹਦੇ ਉੱਤੇ ਗੱਲਬਾਤ। ਤੇ ਜੋ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਰਾਜਨੀਤੀ ਹੈ, ਨਾ ਤਾਂ ਇਹ ਉਹਦੇ ਉੱਤੇ ਗੱਲ ਕਰ ਸਕਦੇ ਨੇ, ਕਿਉਂਕਿ ਕੰਮਾਂ ਦੀ ਰਾਜਨੀਤੀ ਇਹਨਾਂ ਨੇ ਕਦੇ ਕੀਤੀ ਨਹੀਂ। ਤਾਂ ਇਸ ਤਰੀਕੇ ਦੇ ਜਿਹੜੇ ਬੇਬੁਨਿਆਦ ਸਵਾਲ ਹੈ, ਬੇਬੁਨਿਆਦ ਆਰੋਪ ਹੈ, ਜਿਹੜੇ ਆਮ ਆਦਮੀ ਪਾਰਟੀ ਤੇ ਅਕਸਰ ਲਗਾਉਂਦੇ ਰਹੇ ਨੇ। ਮੈਂ ਇੱਥੇ ਐਡ ਔਨ ਕਰਨਾ ਚਾਹੂੰਗੀ ਕਿ ਇਸੇ ਤਰੀਕੇ ਦਾ ਇੱਕ ਟਵੀਟ ਜਿਹੜਾ ਹੈਗਾ ਉਹ ਬੀਜੇਪੀ ਦੇ ਪ੍ਰੀਤੀ ਗਾਂਧੀ ਵੱਲੋਂ ਅੱਜ ਤੋਂ ਅਰਾਊਂਡ 6 ਮਹੀਨੇ ਪਹਿਲਾਂ ਕੀਤਾ ਗਿਆ ਸੀਗਾ, ਜਿਹਦੇ ਵਿੱਚ ਕਿ ਜਦੋਂ ਸਰਕਾਰ ਬਣੀ ਸੀਗੀ ਤਾਂ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਆਫਿਸ ਦੀ ਇੱਕ ਫੋਟੋ ਜਿਹੜੀ ਹੈਗੀ ਹੈ, ਜਿਹਦੇ ਵਿੱਚ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਨੂੰ ਰਿਪਲੇਸ ਕਰਕੇ ਉਹਨਾਂ ਨੇ ਉਦੋਂ ਵੀ ਜਨਤਾ ਨੂੰ ਮਿਸਲੀਡ ਕਰਨ ਦੀ ਕੋਸ਼ਿਸ਼ ਕੀਤੀ ਸੀ। ਤੇ ਉਹਨਾਂ ਦੇ ਅਗੇਂਸਟ ਵੀ ਬਕਾਇਦਾ ਮੇਰੇ ਵੱਲੋਂ ਮੋਹਾਲੀ ਦੇ ਵਿੱਚ ਹੀ ਐਫ ਆਈ ਆਰ ਜਿਹੜੀ ਹੈ ਪ੍ਰੀਤੀ ਗਾਂਧੀ ਜੀ ਦੇ ਅਗੇਂਸਟ ਲੌਂਚ ਕੀਤੀ ਗਈ ਸੀ। ਤਾਂ ਇਸ ਤਰੀਕੇ ਦਾ ਕੋਈ ਮੁੱਦਾ ਨਹੀਂ ਹੈ ਕਿ ਅਸੀਂ ਬੀਜੇਪੀ ਦੇ ਉੱਤੇ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ, ਜਾਂ ਕਾਂਗਰਸ ਦੇ ਉੱਤੇ ਕਰ ਰਹੇ ਹਾਂ। ਤੁਸੀਂ ਐਕਸ਼ਨ ਲਓਗੇ ਬੀਜੇਪੀ ਤੇ, ਕਿਉਂਕਿ ਬੀਜੇਪੀ ਨੇ ਵਾਕਈ ਆਪਣੇ ਅਫੀਸ਼ੀਅਲ ਪੇਜ ਤੇ ਉਹੀ ਸੇਮ ਵਰਡਿੰਗ ਉੱਦਾਂ ਹੀ ਲਿਖ ਕੇ ਸਾਂਝੀ ਕੀਤੀ ਹੋਈ? ਬਿਲਕੁਲ ਲਵਾਂਗੇ ਮੈਮ, ਬਿਲਕੁਲ ਲਵਾਂਗੇ। ਇਹਦੇ ਵਿੱਚ ਜੋ ਵੀ ਅੱਗੇ ਜਿਹੜੀ ਕਾਰਵਾਈ ਹੈ ਬਣਦੀ, ਉਹ ਸਾਰਿਆਂ ਦੇ ਉੱਤੇ ਹੋਏਗੀ ਜੋ ਵੀ ਇਸ ਤਰੀਕੇ ਨਾਲ ਜਨਤਾ ਨੂੰ ਮਿਸਲੀਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਇਹੀ ਇਲਜ਼ਾਮ ਤਾਂ ਇਹੀ ਲਗਾਏ ਗਏ ਨੇ ਓਪੋਜੀਸ਼ਨ ਦੇ ਵੱਲੋਂ ਕਿ ਸ਼ਾਇਦ ਜ਼ਿਆਦਾ ਬੀਜੇਪੀ ਤੋਂ ਆਮ ਆਦਮੀ ਪਾਰਟੀ ਡਰਦੀ ਹੈ, ਜਾਂ ਫਿਰ ਆਮ ਆਦਮੀ ਪਾਰਟੀ ਜਿਹੜੀ ਹੈ ਬੀਜੇਪੀ ਦੀ ਬੀ ਟੀਮ ਹੈ। ਦੇਖੋ ਮੈਮ, ਸਾਡੇ ਤੁਹਾਡੇ ਜਿਹੜੇ ਚੈਨਲ ਦੇ ਦਰਸ਼ਕ ਨੇ ਉਹ ਵੀ ਜਾਣਦੇ ਨੇ, ਤੁਸੀਂ ਵੀ ਭਲੀ ਭਾਂਤੀ ਜਾਣਦੇ ਹੋ, ਤੇ ਆਮ ਪਬਲਿਕ ਜਿਹੜੀ ਪੂਰੇ ਇੰਡੀਆ ਦੀ ਹੈ ਉਹ ਵੀ ਜਾਣਦੀ ਹੈ ਕਿ ਦਿੱਲੀ ਦੇ ਵਿੱਚ ਕਿਸ ਤਰੀਕੇ ਨਾਲ ਬੀਜੇਪੀ ਦੇ ਨਾਲ ਸਿੱਧੀ ਟੱਕਰ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਲਈ ਹੋਈ ਹੈ। ਤੇ ਇਸ ਟਾਈਮ ਵੀ ਸ਼ੁਰੂ ਤੋਂ ਲੈ ਕੇ, ਅੱਜ ਦੇ ਨਹੀਂ, ਉਦੋਂ ਤੋਂ ਲੈ ਕੇ ਜਿਹੜਾ ਟਕਰਾਵ ਹੈ ਉਹ ਚੱਲ ਰਿਹਾ ਹੈਗਾ। ਤੇ ਬੀਜੇਪੀ ਵੱਲੋਂ ਵੀ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਡਿਫੇਮ ਕੀਤਾ ਜਾਂਦਾ ਹੈ, ਘੇਰਿਆ ਜਾਂਦਾ ਹੈ। ਤੇ ਮੈਂ ਸਮਝਦੀ ਹਾਂ ਇਸ ਤਰੀਕੇ ਦੇ ਬੇਬੁਨਿਆਦ ਆਰੋਪ ਨੇ ਇਹ ਕਿ ਬੀਜੇਪੀ ਦੀ ਬੀ ਟੀਮ ਹੈ, ਏ ਟੀਮ, ਬੀ ਟੀਮ ਦਾ ਖੇਡ ਇਹ ਬੜੀ ਦੇਰ ਤੋਂ ਖੇਡਦੇ ਚਲੇ ਆ ਰਹੇ ਨੇ। ਤੇ ਪਰ ਮੈਂ ਸਮਝਦੀ ਹਾਂ ਜਨਤਾ ਜਿਹੜੀ ਹੈ ਉਹ ਇਸ ਟਾਈਮ ਬਹੁਤ ਸਮਝਦਾਰ ਹੋ ਚੁੱਕੀ ਹੈ। ਉਹਨਾਂ ਨੇ ਇਹਨਾਂ ਨੂੰ ਸਿਰੇ ਤੋਂ ਪਹਿਲਾਂ ਵੀ ਨਕਾਰਿਆ ਤੇ ਹੁਣ ਵੀ ਅੱਗੇ ਵੀ ਇਹਨਾਂ ਦੀਆਂ ਇਹੀ ਘਟੀਆ ਹਰਕਤਾਂ। ਤੇ ਮੈਂ ਇੱਥੇ ਐਡ ਔਨ ਕਰਨਾ ਚਾਹੂੰਗੀ ਕਿ ਜਦੋਂ ਮੈਂ ਘਟੀਆ ਹਰਕਤਾਂ ਦੀ ਗੱਲ ਕਰ ਰਹੀ ਹਾਂ, ਮੈਂ ਬਾਰੀ ਸੁਖਪਾਲ ਖਹਿਰਾ ਜੀ ਮੈਂ ਕਹਿ ਕੇ ਸੰਬੋਧਨ ਵੀ ਕਰ ਰਹੀ ਹਾਂ ਉਹਨਾਂ ਨੂੰ, ਪਰ ਐਕਚੁਅਲੀ ਦੱਸਾਂ ਤਾਂ ਮੇਰਾ ਮਨ ਨਹੀਂ ਮੰਨਦਾ ਉਹਨਾਂ ਨੂੰ ਜੀ ਕਹਿ ਕੇ ਬੁਲਾਉਣ ਦਾ ਵੀ, ਕਿਉਂਕਿ ਜੋ ਸਾਡੇ ਸੰਸਕਾਰ ਨੇ ਸਾਨੂੰ ਸਾਡੇ ਪਰਿਵਾਰਾਂ ਵੱਲੋਂ ਦਿੱਤੇ ਗਏ ਨੇ, ਜਾਂ ਆਮ ਆਦਮੀ ਪਾਰਟੀ ਜਿਨ੍ਹਾਂ ਅਸੂਲਾਂ 'ਤੇ ਚੱਲਦੀ ਹੈ, ਅਸੀਂ ਕਿਸੇ ਨੂੰ ਡਿਫੇਮ ਫਾਲਤੂ ਦੇ ਵਿੱਚ ਨਹੀਂ ਕਰਦੇ ਜਦੋਂ ਤੱਕ ਕਿ ਉਹਦੇ ਉੱਤੇ ਸੀਰੀਅਸ ਕੋਈ ਆਰੋਪ ਨਾ ਹੋਵੇ। ਤੇ ਇਹਨਾਂ ਵੱਲੋਂ ਪਰ ਇਸ ਤਰੀਕੇ ਦੇ ਆਰੋਪ, ਹੁਣ ਜਿਵੇਂ ਇਹਨਾਂ ਨੇ ਲੇਟੈਸਟ ਟਵੀਟ ਦੇ ਵਿੱਚ, ਇਸੇ ਟਵੀਟ ਦੇ ਟ੍ਰੇਲ ਦੇ ਵਿੱਚ ਇਹਨਾਂ ਨੇ ਇੱਕ ਹੋਰ ਟਵੀਟ ਕੀਤਾ ਤੇ ਅਰਵਿੰਦ ਕੇਜਰੀਵਾਲ ਜੀ ਦੀ ਇਹਨੂੰ ਸਪੌਂਸਰਡ ਲਵ ਲੈਟਰ ਦਾ ਨਾਮ ਦਿੱਤਾ ਇਸ ਐਫ ਆਈ ਆਰ ਨੂੰ। ਤਾਂ ਉਹਨਾਂ ਨੂੰ ਇੰਨੀ ਕੁ ਸਮਝ ਹੋਣੀ ਚਾਹੀਦੀ ਸੀ ਕਿ ਇਹ ਲੈਟਰ ਜਿਹੜੀ ਐਫ ਆਈ ਆਰ ਹੈਗੀ ਹੈ ਇਹ ਇੱਕ ਲੇਡੀ ਵੱਲੋਂ ਕੀਤੀ ਗਈ ਹੈ ਤੇ ਉਹਨੂੰ ਉਹ ਲਵ ਲੈਟਰ ਦਾ ਨਾਮ ਦੇ ਰਹੇ ਨੇ। ਤੇ ਮੈਂ ਸਮਝਦੀ ਹਾਂ ਇਹ ਪੰਜਾਬ ਦੀ ਰਾਜਨੀਤੀ ਦੇ ਲਈ ਬੜੀ ਹੀ ਮੰਦਭਾਗੀ ਗੱਲ ਹੈ ਕਿ ਇਸ ਤਰੀਕੇ ਦੇ ਲੋਕ ਅੱਜ ਵੀ ਸਾਡੀ ਸੱਤਾ ਤੇ ਕਾਬਿਜ਼ ਨੇ, ਤੇ ਜਿਹੜੇ ਕਿ ਇਹੋ ਜਿਹੀਆਂ ਘਟੀਆ ਹਰਕਤਾਂ ਤੇ ਘਟੀਆ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਰਹੇ ਨੇ ਸਾਡੀਆਂ ਮਾਵਾਂ ਭੈਣਾਂ ਲਈ। ਕਿ ਇਹਨਾਂ ਦੇ ਘਰਾਂ ਦੇ ਵਿੱਚ ਮਾਵਾਂ ਭੈਣਾਂ ਨਹੀਂ, ਅਗਰ ਉਹਨਾਂ ਨੂੰ ਕੱਲ੍ਹ ਨੂੰ ਕੋਈ ਦਿੱਕਤ ਆਏਗੀ, ਉਹ ਕਿਸੇ ਨੂੰ ਕੰਪਲੇਂਟ ਕਰਨਗੀਆਂ, ਐਫ ਆਈ ਆਰ ਕਿਸੇ ਤੇ ਲੌਂਚ ਕਰਾਉਣਗੀਆਂ, ਤਾਂ ਕੀ ਉਹਨੂੰ ਲਵ ਲੈਟਰ ਦਾ ਨਾਮ ਦੇਣਗੇ? ਤੇ ਬੜੀ ਹੀ ਘਟੀਆ ਰਾਜਨੀਤੀ ਜਿਹੜੀ ਹੈ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ, ਚਾਹੇ ਉਹ ਅਰਵਿੰਦ ਕੇਜਰੀਵਾਲ ਜੀ ਦੇ ਨਾਮ ਦਾ ਫੇਕ ਡਾਕੂਮੈਂਟ ਜਾਰੀ ਕਰਨਾ ਹੋਵੇ, ਚਾਹੇ ਉਸ ਤੋਂ ਬਾਅਦ ਜਿਵੇਂ ਇਹਨਾਂ ਨੇ ਟਵੀਟਸ ਦੀ ਝੜੀ ਲਗਾਈ ਹੈ। ਤੇ ਉਸ ਤੋਂ ਸਾਫ਼ ਪਤਾ ਚੱਲਦਾ ਕਿ ਇਹ ਬੜੇ ਹੀ ਬੁਰੇ ਤਰੀਕੇ ਨਾਲ ਬੌਖਲਾਏ ਹੋਏ ਨੇ। ਪਹਿਲੇ ਦੀ ਹਾਰ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ, ਹੁਣ ਉੱਪਰੋਂ ਮਤਲਬ ਇਹ ਮੌਕੇ ਲੱਭ ਰਹੇ ਨੇ ਕਿੱਥੇ। ਸੁਖਪਾਲ ਖਹਿਰਾ ਜੀ ਨੂੰ ਤਾਂ ਮੈਂ ਸਮਝਦੀ ਹਾਂ ਕਿ ਜਦੋਂ ਤੋਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ, ਆਮ ਆਦਮੀ ਪਾਰਟੀ 'ਚੋਂ ਕੱਢਿਆ ਗਿਆ, ਉਦੋਂ ਤੋਂ ਲੈ ਕੇ ਹੀ ਉਹ ਕੰਟੀਨਿਊਸਲੀ ਅਰਵਿੰਦ ਕੇਜਰੀਵਾਲ ਜੀ ਦੇ ਉੱਤੇ ਇੱਕ ਤਰੀਕੇ ਦੇ ਪ੍ਰਹਾਰ ਜਿਹੜੇ ਆ ਉਹ ਕਰਦੇ ਰਹੇ ਨੇ। ਪਰ ਉਹਨਾਂ ਕੋਲ ਕਦੇ ਵੀ ਕੋਈ ਮੇਨ ਏਜੰਡਾ ਨਹੀਂ ਹੁੰਦਾ, ਕੋਈ ਬੇਸਿਕ ਮੁੱਦਾ ਨਹੀਂ ਹੁੰਦਾ ਜਿਹਦੇ ਤੇ ਉਹਨਾਂ ਨੂੰ ਸਵਾਲ ਕਰ ਸਕਣ। ਤਾਂ ਇਸ ਤਰੀਕੇ ਦੀਆਂ ਜਿਹੜੀਆਂ ਘਟੀਆ ਹਰਕਤਾਂ ਉਹ ਕਰਦੇ ਰਹੇ ਨੇ ਤੇ ਕਰਦੇ ਮੈਨੂੰ ਲੱਗਦਾ ਅੱਗੇ ਵੀ ਰਹਿਣਗੇ। ਤੁਸੀਂ ਜ਼ਿਕਰ ਕਰ ਰਹੇ ਹੋ ਕਿ ਜਦੋਂ ਸੁਖਪਾਲ ਖਹਿਰਾ ਨੂੰ ਕੱਢਿਆ ਗਿਆ, ਕਾਰਨ ਕੀ ਸੀ ਜਦੋਂ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ? ਲੀਡਰ ਆਫ ਓਪੋਜੀਸ਼ਨ ਰਹੇ ਨੇ।
ਮੈਮ ਜੱਗ ਜ਼ਾਹਰ ਸੀਗਾ ਕਾਰਨ ਉਸ ਟਾਈਮ ਵੀ ਇਹ ਕਾਫੀ ਚਰਚਾ ਦੇ ਵਿੱਚ ਰਿਹਾ ਵਿਸ਼ੇ। ਮੈਨੂੰ ਲੱਗਦਾ ਆਪਾਂ ਹੁਣ ਉਸ 'ਤੇ ਬਹੁਤ ਲੰਬੀ ਚਰਚਾ ਛਿੜ ਜਾਏਗੀ ਤੇ ਇਹਨਾਂ ਦੀਆਂ ਇਹੀ ਹਰਕਤਾਂ ਸੀ ਜਿਨ੍ਹਾਂ ਕਰਕੇ ਇਹਨਾਂ ਨੂੰ ਪਹਿਲਾਂ ਵੀ ਕੱਢਿਆ ਗਿਆ ਤੇ ਹੁਣ ਵੀ ਇਹ ਉਹਨਾਂ ਹਰਕਤਾਂ 'ਤੇ ਹੀ ਅੱਗੇ ਚੱਲ ਰਹੇ ਨੇ। ਤੇ ਮੈਂ ਸਮਝਦੀ ਹਾਂ ਅੱਗੇ ਦੀ ਰਾਜਨੀਤੀ ਦੇ ਵਿੱਚ, ਪੰਜਾਬ ਦੀ ਰਾਜਨੀਤੀ ਦੇ ਵਿੱਚ ਆਉਣ ਵਾਲੇ ਮਾਹੌਲ ਦੇ ਵਿੱਚ ਇਹਨਾਂ ਦਾ ਕੋਈ ਵਜੂਦ ਜਿਹੜਾ ਹੈ ਉਹ ਰਹਿ ਨਹੀਂ ਪਾਏਗਾ ਅਗਰ ਇਹਨਾਂ ਹੀ ਘਟੀਆ ਕਿਸਮ ਦੀਆਂ ਰਾਜਨੀਤੀ 'ਤੇ ਚੱਲਦੇ ਰਹੇ ਤਾਂ। ਮੈਮ FIR ਨੂੰ ਲੈ ਕੇ ਕਿਹਾ ਜਾ ਰਿਹਾ ਕਿ ਸਾਡੇ ਤੇ ਪਹਿਲਾਂ ਵੀ ਬਹੁਤ FIRs ਹੋਈਆਂ ਨੇ, ਅਕਾਲੀ ਦਲ ਦੀ ਗਵਰਨਮੈਂਟ ਰਹੀ ਹੈ ਉਸ ਸਮੇਂ ਵੀ ਹੋਈਆਂ ਨੇ, ਤਾਂ ਅਸੀਂ ਇਹਨਾਂ FIRs ਤੋਂ ਡਰਦੇ ਨਹੀਂ ਤੇ ਡਰਦੇ ਨਹੀਂ ਤੇ ਬਾਰੀ-ਬਾਰੀ ਹਰ 10-10 ਮਿੰਟ ਪਿੱਛੋਂ ਟਵੀਟ ਆ ਰਹੇ ਨੇ, ਹਰ 10 ਮਿੰਟ ਪਿੱਛੋਂ ਲਾਈਵ ਹੋ ਰਹੇ ਨੇ, ਵੀਡੀਓ ਪਾ ਰਹੇ ਨੇ। ਫਿਰ ਡਰ ਕਾਹਦਾ? ਜੇ ਤੇ ਤੁਸੀਂ ਇੰਨੇ ਹੀ ਸੱਚੇ ਸੀ, ਇੰਨਾ ਆਫੀਸ਼ੀਅਲ ਡਾਕੂਮੈਂਟ ਤੁਹਾਡੇ ਕੋਲ ਪੁਖਤਾ ਸਬੂਤ ਸੀ, ਤੁਸੀਂ ਉਸੇ ਟਾਈਮ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਜਨਤਕ ਕਰਦੇ। ਇਹ ਹੁਣ ਟਵੀਟ ਕੀ ਖੇਡ ਰਹੇ ਹੋ ਤੁਸੀਂ? ਤੇ ਇਹ ਤੇ ਘਟੀਆ ਲਾਈਮਲਾਈਟ ਲੈਣ ਦਾ ਤਰੀਕਾ ਹੈਗਾ ਇਹਨਾਂ ਦਾ, ਜੋ ਕਿ ਇਹ ਪਹਿਲਾਂ ਵੀ ਕਰਦੇ ਰਹੇ ਨੇ ਤੇ ਅੱਜ ਵੀ ਕਰ ਰਹੇ ਨੇ। ਹੋਰ ਇਹਨਾਂ ਕੋਲ ਨਾ ਤਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਹੈ, ਨਾ ਇਹਨਾਂ ਕੋਲ ਪੰਜਾਬ ਦੇ ਕੰਮਾਂ ਦੀ ਗੱਲ ਹੈ। ਇਹਨਾਂ ਨੂੰ ਸਿਰਫ ਆਪਣੀ ਪਰਸਨਲ ਲਾਈਮਲਾਈਟ ਚਾਹੀਦੀ ਹੈ, ਜਿਹਦੇ ਉੱਤੇ ਪਹਿਲਾਂ ਵੀ ਆਪਣੀ ਰਾਜਨੀਤੀ ਚਮਕਾਉਂਦੇ ਰਹੇ ਨੇ ਤੇ ਅੱਜ ਵੀ ਚਮਕਾ ਰਹੇ ਨੇ। FIR ਦੀ ਗੱਲ ਕੀਤੀ ਜਾਏ ਤਾਂ FIR ਦੇ ਵਿੱਚ ਕੀ ਹੈ ਹੁਣ? ਤੁਸੀਂ ਕੀ ਅੱਗੇ ਦੀ ਕੀ ਕੁਛ ਤੁਹਾਡੀ ਰਣਨੀਤੀ ਰਹੇਗੀ? ਮਤਲਬ ਤੁਸੀਂ ਮਾਨਹਾਨੀ ਦਾ ਕੇਸ ਕੀਤਾ ਇਹਨਾਂ ਤੇ, ਮਾਫੀ ਮੰਗਵਾਉਣੀ ਹੈ ਜਾਂ ਕੀ ਕੁਛ ਅੱਗੇ ਤੁਹਾਡੀ? ਦੇਖੋ ਉਹ ਪ੍ਰੋਸੀਡਿੰਗ ਤਾਂ ਹੁਣ ਅੱਗੇ ਜੋ ਵੀ ਕੋਰਟ ਵੱਲੋਂ ਹੋਏਗੀ, ਜੋ ਵੀ ਕੋਰਟ ਦਾ ਡਿਸੀਜਨ ਹੋਏਗਾ, ਜਦੋਂ ਵੀ ਇਹਨਾਂ ਦੇ ਕੇਸ ਦੇ ਉੱਤੇ ਕਾਰਵਾਈ ਜਿਹੜੀ ਆ ਪਏਗੀ, ਜੋ ਵੀ ਮਾਨਯੋਗ ਕੋਰਟ ਦੇ ਆਰਡਰ ਹੋਣਗੇ ਤੇ ਉਦੋਂ ਉਸ ਦੇ ਲਈ ਹੀ ਅੱਗੇ ਪ੍ਰੋਸੀਡਿੰਗ ਜਿਹੜੀ ਆ ਉਹ ਉਸ ਹਿਸਾਬ ਨਾਲ ਹੋਏਗੀ। ਬਟ ਸਾਡਾ ਸਿੱਧਾ ਸਾਦਾ ਇਹ FIR ਕਰਨ ਦਾ ਮਤਲਬ ਇਹ ਹੈਗਾ ਕਿ ਇਹ ਜੋ ਘਟੀਆ ਹਰਕਤਾਂ ਕਰਦੇ ਰਹੇ ਨੇ ਨਾ, ਇਹ ਜੋ ਜਨਤਾ ਨੂੰ ਮਿਸਲੀਡ ਕਰਨ ਦੀ ਗੱਲ ਹੈ ਤੇ ਉਸ ਚੀਜ਼ ਤੇ ਠੱਲ ਪਵੇ, ਤਾਂ ਕਿ ਪੰਜਾਬ ਦੇ ਲੋਕ, ਜੋ ਆਮ ਆਦਮੀ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਚੱਲ ਰਹੀ ਹੈ ਤੇ ਇੰਨੇ ਵਧੀਆ ਕੰਮ ਕਰ ਰਹੀ ਹੈ, ਚਾਹੇ ਉਹ ਕੰਮ ਹੋਣ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ, ਚਾਹੇ ਉਹ ਹੋਵੇ ਨਵੀਆਂ ਨੌਕਰੀਆਂ ਕੱਢਣ ਦੀ, ਚਾਹੇ ਉਹ ਹੋਵੇ ਬਿਜਲੀ ਦੇ ਬਿੱਲਾਂ ਦੇ ਉੱਤੇ ਡਿਸਕਾਊਂਟ ਕਰਨ ਦੀ। ਇਹ ਲੋਕਾਂ ਨੂੰ ਉਹਨਾਂ ਕੰਮਾਂ ਤੋਂ ਗੁੰਮਰਾਹ ਕਰਕੇ ਇਹਨਾਂ ਛੋਟੀਆਂ-ਛੋਟੀਆਂ ਮੁੱਦਿਆਂ ਦੇ ਵਿੱਚ ਉਲਝਾਉਣਾ ਚਾਹੁੰਦੇ ਨੇ। ਇਹਨਾਂ ਚੀਜ਼ਾਂ ਨੂੰ ਠੱਲ ਪਾਉਣ ਲਈ ਇਹ FIR ਕੀਤੀ ਗਈ ਹੈ, ਤਾਂ ਕਿ ਅੱਗੇ ਤੋਂ ਇਹਨਾਂ ਨੂੰ ਕੋਈ ਵੀ ਇਹੋ ਜਿਹਾ ਜਦੋਂ ਇਹ ਕਦਮ ਚੁੱਕਦੇ ਨੇ ਤੇ ਇਹਨਾਂ ਨੂੰ ਸੋਚ ਸਮਝ ਕੇ ਚੁੱਕਣ ਤੇ ਇਹਨਾਂ ਨੂੰ ਪਤਾ ਹੋਵੇ ਕਿ ਇਹਨਾਂ ਤੇ ਬਣਦੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਏਗੀ ਜੇ ਇਸ ਤਰੀਕੇ ਦਾ ਕੋਈ ਵੀ ਫੇਕ ਡਾਕੂਮੈਂਟ ਉਹ ਜਾਰੀ ਕਰਦੇ ਨੇ। ਤੇ ਮੈਮ ਗਰੰਟੀਆਂ ਦੀ ਵੀ ਗੱਲ ਹੋ ਰਹੀ ਹੈ, ਓਪੋਜੀਸ਼ਨ ਦੇ ਵੱਲੋਂ ਸਵਾਲ ਚੁੱਕੇ ਜਾ ਰਿਹਾ ਕਿ ਇੰਨੀਆਂ ਗਰੰਟੀਆਂ ਦਿੱਤੀਆਂ ਸੀ, ਹਾਲੇ ਤੱਕ ਪੂਰੀਆਂ ਨਹੀਂ ਹੋਈਆਂ, ਖਾਸ ਕਰਕੇ ਮਹਿਲਾਵਾਂ ਨੂੰ 1000 ਰੁਪਇਆ ਪ੍ਰਤੀ ਮਹੀਨਾ। ਤੁਸੀਂ ਵੀ ਇੱਕ ਮਹਿਲਾ ਹੋ ਤਾਂ ਇਹ ਕਦੋਂ, ਇਹ ਗਰੰਟੀ ਕਦੋਂ ਪੂਰੀ ਹੋਣ ਵਾਲੀ? ਆਉਣ ਵਾਲੇ ਅਗਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਬੜੀ ਹੀ ਜਲਦੀ ਇਹ ਗਰੰਟੀ ਵੀ ਪੂਰੀ ਕੀਤੀ ਜਾਏਗੀ। ਤੇ ਜਿਵੇਂ ਸਟੈਪ ਬਾਏ ਸਟੈਪ ਅਸੀਂ ਚੱਲ ਰਹੇ ਹਾਂ, ਜਿਵੇਂ ਸਭ ਤੋਂ ਪਹਿਲਾਂ ਪੰਜਾਬ ਦੀ ਨੀਡ ਸੀਗੀ ਇਸ ਟਾਈਮ ਨੌਕਰੀਆਂ ਦੀ, ਪੰਜਾਬ ਦਾ ਯੂਥ ਜਿਹੜਾ ਬੇਰੁਜ਼ਗਾਰ ਸੀਗਾ ਉਹਨੂੰ ਅਸੀਂ ਐਡਜਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਜਿਹੜਾ ਮੇਨ ਪੰਜਾਬ ਦਾ ਮੁੱਦਾ ਸੀਗਾ ਕਰਪਸ਼ਨ, ਕਿ ਉਹਦੇ ਉੱਤੇ ਕਿਸ ਤਰੀਕੇ ਨਾਲ ਠੱਲ ਪਵੇ। ਤੇ ਸਕੂਲਾਂ ਦੇ ਉੱਤੇ, ਮੁਹੱਲਾ ਕਲੀਨਿਕਾਂ ਦੇ ਉੱਤੇ ਕੰਮ ਹੋ ਰਹੇ ਨੇ, ਮੁਹੱਲਾ ਕਲੀਨਿਕ ਖੁੱਲ੍ਹੇ ਨੇ, ਆਮ ਆਦਮੀ ਕਲੀਨਿਕ ਜਿਨ੍ਹਾਂ ਨੂੰ ਨਾਮ ਦਿੱਤਾ ਗਿਆ। ਤੇ ਸਟੈਪ ਬਾਏ ਸਟੈਪ ਸਾਰਾ ਕੁਝ ਜਿਹੜਾ ਹੈਗਾ, ਜੋ ਵੀ ਆਮ ਆਦਮੀ ਪਾਰਟੀ ਨੇ ਕਮਿਟਮੈਂਟਸ ਤੇ ਆਪਣੇ ਜਿਹੜੇ ਹੈਗੇ ਕੀਤੇ ਸੀਗੀਆਂ, ਉਹਨਾਂ ਦੇ ਉੱਤੇ ਵਰਕਆਊਟ ਚੱਲ ਰਿਹਾ ਤੇ ਅੱਗੇ ਵੀ ਚੱਲਦਾ ਰਹੇਗਾ। ਮੁਹੱਲਾ ਕਲੀਨਿਕਸ ਨੂੰ ਲੈ ਕੇ ਵੀ ਆਖਰੀ ਸਵਾਲ ਹੈ ਮੇਰਾ, ਮਾਫ ਕਰਨਾ, ਸਵਾਲ ਖੜੇ ਹੋ ਰਹੇ ਨੇ ਕਿ ਦਵਾਈਆਂ ਨਹੀਂ ਮਿਲ ਰਹੀਆਂ। ਨਹੀਂ, ਇਹੋ ਜਿਹਾ ਤਾਂ ਕੋਈ ਸਵਾਲ ਨਹੀਂ ਹੈ। ਇਸ ਤੋਂ ਪਹਿਲਾਂ ਜਿੰਨੇ ਕੁ ਕਲੀਨਿਕ ਸੀਗੇ ਆਮ ਆਦਮੀ ਪਾਰਟੀ ਤੋਂ ਕਲੀਨਿਕ ਖੁੱਲ੍ਹਣ ਤੋਂ ਪਹਿਲਾਂ ਸਰਕਾਰੀ ਡਿਸਪੈਂਸਰੀਆਂ ਦੇ ਵਿੱਚ ਕਦੋਂ ਦਵਾਈਆਂ ਮਿਲਦੀਆਂ ਸੀ, ਕਦੋਂ ਟੈਸਟ ਹੁੰਦੇ ਸੀ ਤੇ ਕਦੋਂ ਇਲਾਜ ਫ੍ਰੀ ਹੁੰਦਾ ਸੀ। ਪਰ ਹੁਣ ਇਸ ਤਰੀਕੇ ਦਾ ਕੁਝ ਨਹੀਂ ਹੈਗਾ। ਮੇਰੇ ਘਰ ਦੇ ਲਾਗੇ ਹੀ ਇੱਥੇ ਫੇਸ 5 ਦੇ ਵਿੱਚ ਡਿਸਪੈਂਸਰੀ ਹੈਗੀ ਆ, ਮੈਂ ਜਦੋਂ ਮਰਜ਼ੀ ਆਉਂਦੀ ਜਾਂਦੀ ਉੱਥੇ ਚੈੱਕ ਕਰਦੀ ਹਾਂ ਤੇ ਇਹੋ ਜਿਹਾ ਕੁਝ ਨਹੀਂ ਹੈਗਾ। ਉੱਥੇ ਹਰ ਟਾਈਮ ਦਵਾਈਆਂ ਵੀ ਅਵੇਲੇਬਲ ਹੁੰਦੀਆਂ, ਡਾਕਟਰਸ ਵੀ ਅਵੇਲੇਬਲ ਹੁੰਦੇ ਨੇ ਤੇ ਟੈਸਟ ਵੀ ਫ੍ਰੀ ਕੀਤੇ ਜਾਂਦੇ ਨੇ। ਬਹੁਤ ਬਹੁਤ ਧੰਨਵਾਦ ਮੈਮ। ਤਾਂ ਪ੍ਰਭਜੋਤ ਕੌਰ ਮੈਡਮ ਸਾਡੇ ਨਾਲ ਸੀ, ਜਿਨ੍ਹਾਂ ਦੇ ਵੱਲੋਂ FIR ਜਿਹੜੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਪਾਲ ਖਹਿਰਾ ਦੇ ਖਿਲਾਫ ਕਰਵਾਈ ਗਈ ਹੈ ਕਿ ਲੋਕਾਂ ਨੂੰ ਗੁੰਮਰਾਹ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਇਹਨਾਂ ਦੇ ਕੋਲੇ ਮੁੱਦੇ ਨਹੀਂ ਹੈ। ਇਹ ਗੱਲ ਕਹੀ ਜਾ ਰਹੀ ਹੈ ਕਿ ਮੁੱਦੇ ਨਾ ਹੋਣ ਦੇ ਕਾਰਨ ਲੋਕਾਂ ਨੂੰ ਸਰਕਾਰ ਦੇ ਖਿਲਾਫ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਕਾਨੂੰਨੀ ਲੜਾਈ ਜਿਹੜੀ ਹੈ ਇਸੇ ਤਰ੍ਹਾਂ ਲੜਦੇ ਰਹਿਣਗੇ। ਕੈਮਰਾਮੈਨ ਸ਼ਰਦ ਦੇ ਨਾਲ ਸ਼ਾਲੂ ਮਿਰੋ, ਖਰੜ।